संखेप में जिहड़ा पंजाब दे कॉन्टैक्सट विच गल मैं अपनी रखना चाहूँगा। असल च जिहड़ा पंजाब दा एजुकेशन सिस्टम है, जिहड़ा उहदी स्टेट ऑफ एजुकेशन दी हुण दी आपां जे गल करिए, ਉਹਦੇ ਬਾਰੇ ਕਾਫੀ ਸਾਨੂੰ ਨੈਗੇਟਿਵ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਸਟੈਂਡਰਡਸ ਗਿਰ ਗਏ ਨੇ, ਸਕੂਲਾਂ ਦੀ ਹਾਲਤ ਮਾੜੀ ਹੈ, ਅਚੀਵਮੈਂਟਸ ਨਹੀਂ ਅੱਛੀਆਂ ਹੋ ਰਹੀਆਂ। ਮਤਲਬ ਚਾਰੇ ਬੰਨੇ ਸਾਨੂੰ ਕੋਈ ਬਹੁਤ ਜ਼ਿਆਦਾ ਉਮੀਦ ਦੀ ਕਿਰਨ ਦਿਖਦੀ ਨਹੀਂ। ਇਹ ਸਾਰਾ ਅਸੀਂ ਦੇਖ ਕਿਵੇਂ ਕਿਉਂ ਹੋਇਆ ਤੇ ਕਿਵੇਂ ਹੋਇਆ, ਇਹਦੇ ਬਾਰੇ ਥੋੜੀ ਜਿਹੀ ਗੱਲ ਆਪਾਂ ਚਰਚਾ ਵਿੱਚ ਲਿਆਵਾਂਗੇ। ਅਸਲ ਜੇ ਆਪਾਂ ਪੰਜਾਬ ਨੂੰ ਬਿਲਕੁਲ ਇਮੀਡੀਏਟ ਹਿਸਟਰੀ ਵਿੱਚ ਦੇਖੀਏ, ਮੈਂ ਬਿਲਕੁਲ ਪੁਰਾਣੀ ਹਿਸਟਰੀ ਵਿੱਚ ਨਹੀਂ ਜਾਂਦਾ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਅੱਜ ਦੀ ਪੰਜਾਬ ਦਾ ਜਿਹੜਾ ਇਤਿਹਾਸ ਹੈ, ਜੇ ਅਸੀਂ ਉਸ ਨੂੰ ਵੇਖਦੇ ਹਾਂ, ਅਸੀਂ ਜੇ ਹੁਣੇ ਇਹ ਲੈ ਲਈਏ ਕਿ ਜਦੋਂ ਰੀਆਰਗੇਨਾਈਜੇਸ਼ਨ ਆਫ ਸਟੇਟ ਹੋਇਆ, ਸਟੇਟ ਗਵਰਨਮੈਂਟਸ ਨੇ एजुकेशन ਦੇ ਉੱਪਰ ਬਹੁਤ ਜ਼ਿਆਦਾ ਧਿਆਨ ਦਿੱਤਾ ਸੀ। ਜੇ ਅਸੀਂ ਸਟੇਟ ਦੇ ਧਿਆਨ ਨੂੰ ਜਿਹੜਾ ਬਜਟ ਐਲੋਕੇਸ਼ਨ ਹੈ, ਜੇ ਅਸੀਂ ਉਹਦੇ ਹਿਸਾਬ ਦੇ ਨਾਲ ਉਹਦੀ ਹਿਸਟਰੀ ਨੂੰ ਟਰੇਸ ਕਰੀਏ, ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ 70s ਦੇ ਵਿੱਚ ਬਜਟ ਦਾ ਜਿਹੜਾ ਐਕਸਪੈਂਡੀਚਰ ਹੈ, ਜਿਹੜਾ ਵੀ ਬਜਟ ਵਿੱਚ ਐਕਸਪੈਂਡੀਚਰ ਹੁੰਦਾ ਸੀਗਾ, ਉਹਦਾ ਆਲਮੋਸਟ 30% एजुकेशन के उपर खर्च होंदा सी, जिहदे विच स्कूल एजुकेशन भी सी, हायर एजुकेशन भी सी। ये जिहड़ा 30% है, ये हौली हौली घटदा गया, और 80s विच आके भी जदों असी बहुत संताप विचों गुजर रहे सी, उदों भी जिहड़ा परसेंटेज एक्सपेंडिचर है बजट दा, वो 24-25 इस तों थल्ले नहीं गया। फिर साढ़े को एक पीरियड आउंदा है 91 ਦਾ। 91 ਤੋਂ ਬਾਅਦ ਦਾ ਜਿਹੜਾ ਪੀਰੀਅਡ ਹੈ, ਉਹਦੇ ਵਿੱਚ ਸਾਡੀਆਂ ਨੀਤੀਆਂ ਬਦਲਦੀਆਂ ਨੇ। ਉਹਦੇ ਵਿੱਚ ਅਸੀਂ ਕੁਝ ਇਸ ਤਰ੍ਹਾਂ ਦਾ ਸੋਚ ਲੈਂਦੇ ਹਾਂ ਕਿ ਸਟੇਟ ਨੂੰ ਵੈਲਫੇਅਰ ਦੇ ਵਿੱਚ ਹਿੱਸਾ ਲੈਣ ਦੀ ਜ਼ਰੂਰਤ ਨਹੀਂ ਹੈ, ਸਟੇਟ ਨੂੰ ਐਜੂਕੇਸ਼ਨ ਜਾਂ ਹੈਲਥ ਵਰਗੀਆਂ ਜਿਹੜੀਆਂ ਚੀਜ਼ਾਂ ਨੇ, ਉਹਨਾਂ ਨੂੰ ਆਪ ਚਲਾਉਣ ਦੀ ਲੋੜ ਨਹੀਂ ਹੈ, ਸਟੇਟ ਨੂੰ ਫੈਸਿਲੀਟੇਟਰ ਬਣਨਾ ਚਾਹੀਦਾ ਤੇ ਇਹ ਪ੍ਰਾਈਵੇਟ ਸੈਕਟਰ ਨੂੰ ਦੇ ਦੇਣਾ ਚਾਹੀਦਾ। ਇਹਨੂੰ ਅਸੀਂ ਲਿਬਰਲ ਰਿਫਾਰਮਸ, ਲਿਬਰਲ ਇਕਨੋਮਿਕ ਰਿਫਾਰਮਸ ਕਹਿੰਦੇ ਸੀ। ਉਸ ਦੇ ਨਾਲ ਹੋਇਆ ਇਹ ਕਿ ਹੌਲੀ ਹੌਲੀ ਜਿਹੜੀ ਸਟੇਟ ਦੀ ਇੰਟਰਵੈਂਸ਼ਨ ਹੈ, ਜਿਹੜਾ ਸਟੇਟ ਦਾ ਕੰਟਰੀਬਿਊਸ਼ਨ ਹੈ ਟੁਵਰਡਸ ਐਜੂਕੇਸ਼ਨ ਐਂਡ ਆਫ ਕੋਰਸ ਹੈਲਥ ਆਲਸੋ, ਡਾਕਟਰ ਗਿੱਲ ਇਹਨੂੰ ਜ਼ਿਆਦਾ ਬੈਟਰ ਜਾਣਦੇ ਨੇ ਕਿ ਕਿਵੇਂ ਇੰਸਟੀਟਿਊਸ਼ਨਸ ਸਟਾਰਵ ਹੋਏ ਨੇ ਉਸ ਤੋਂ ਬਾਅਦ। फिर हुण स्थिति ये आ गई कि बजट दा एक्सपेंडिचर दा 16%, 15%, 14%, और पिछले साल ਤਾਂ ਇਹ 12 ਜਾਂ 13% ਦੇ ਵਿੱਚ ਵੀ ਆ ਗਿਆ ਸੀਗਾ। ਔਰ ਇਸ ਵਾਰ ਵੀ ਕੋਈ ਬਹੁਤ ਜ਼ਿਆਦਾ ਰੇਜ਼ ਬਜਟ ਐਲੋਕੇਸ਼ਨ ਵਿੱਚ ਫॉर ਐਜੂਕੇਸ਼ਨ ਨਹੀਂ ਹੈਗੀ। ਇਹ ਆਪਣੇ ਆਪ ਦੇ ਵਿੱਚ ਇੱਕ संकेत है कि जी स्टेट गवर्नमेंट्स ने, और ये सिर्फ पंजाब का मसला नहीं है, ये हिंदुस्तान का मसला भी है। एक दो स्टेटां नूं छड्ड के जिवें तमिलनाडु ने इस चक्कर विचों नहीं पे, लेकिन वर्ल्ड ओवर जिहड़ियां डिवेलपिंग इकोनॉमीज सीगियां, उहदे विच ये उन्हां दी त्रासदी रही कि उन्होंने एजुकेशन दे विच अपने बजट नूं घटाउणा शुरू कर दिता, हायर एजुकेशन विच तां होर घटाउणा शुरू कर दिता। ਅਸੀਂ ਇਸ ਪਰਿਪੇਖ ਦੇ ਵਿੱਚ ਜਦੋਂ ਅਸੀਂ ਪੂਰੀ ਐਜੂਕੇਸ਼ਨ ਸਿਸਟਮ ਨੂੰ ਵੇਖਦੇ ਹਾਂ, ਤਾਂ ਫਿਰ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੀ ਪੋਪੂਲੇਸ਼ਨ ਵੱਧ ਰਹੀ ਸੀ, ਗਿਣਤੀ ਬੱਚਿਆਂ ਦੀ ਵੱਧ ਰਹੀ ਸੀ, ਐਜੂਕੇਸ਼ਨ ਦਾ ਡਿਮਾਂਡ ਵੱਧ ਰਿਹਾ ਸੀ, ਸਟੇਟ ਦਾ ਇੰਟਰਵੈਂਸ਼ਨ ਘਟ ਰਿਹਾ ਸੀ, ਜਾਂ ਜੇ ਸੀ ਤਾਂ ਉਹ ਬਿਲਕੁਲ ਨੋਮੀਨਲ ਸੀ, ਜਾਂ ਇਸ ਤਰ੍ਹਾਂ ਇਹ ਕਹੀਏ ਕਿ ਜਿਹਨੂੰ ਇੱਕ ਲਿਹਾਜ਼ ਰੱਖਣਾ ਹੁੰਦਾ ਹੈ ਨਾ ਕਿ ਵੀ ਅਸੀਂ ਇਹਦੇ ਬਾਰੇ ਵੀ ਕੁਝ ਕਰ ਰਹੇ ਹਾਂ। ਫਿਰ ਉਹ ਜਿਹੜਾ ਗੈਪ ਹੈ, ਲੋਕਾਂ ਦੀ ਡਿਮਾਂਡ ਵੱਧ ਰਹੀ ਸੀ ਔਰ ਇਧਰੋਂ ਫੰਡ ਜਿਹੜੇ ਨੇ ਉਹ ਘਟ ਰਹੇ ਸਨ, ਤਾਂ ਉਹ ਗੈਪ ਕਿਵੇਂ ਪੂਰਾ ਹੁੰਦਾ? ਤੇ ਉਸ ਗੈਪ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਸੈਕਟਰ ਨੇ ਇੰਟਰਵੀਨ ਕੀਤਾ।
ਪ੍ਰਾਈਵੇਟ ਸੈਕਟਰ ਦੇ ਬਾਰੇ ਵੀ ਮੈਂ ਇੱਕ ਟਿੱਪਣੀ ਇੱਥੇ ਨਾਲ ਕਰ ਦਿਆਂ ਕਿ ਪ੍ਰਾਈਵੇਟ ਸੈਕਟਰ ਨੂੰ ਵੀ ਅਸੀਂ ਦੋ ਤਰ੍ਹਾਂ ਦੇ ਸੈਕਟਰ ਦੇ ਵਿੱਚ ਦੇਖ ਸਕਦੇ ਹਾਂ। ਇੱਕ ਤੇ ਪ੍ਰਾਈਵੇਟ ਸੈਕਟਰ ਆਈ ਮੀਨ ਨਾਨ ਗਵਰਨਮੈਂਟ ਸੈਕਟਰ ਉਹ ਸੀਗਾ ਜਿਨ੍ਹਾਂ ਲੋਕਾਂ ਨੇ ਸੇਵਾ ਦੇ ਭਾਵ ਦੇ ਨਾਲ ਇਸ ਐਜੂਕੇਸ਼ਨ ਦੇ ਵਿੱਚ ਇਨਵੈਸਟ ਕੀਤਾ। ਸੰਤਾਂ ਦੇ ਡੇਰੇ, ਐਸਜੀਪੀ ਚੀਫ ਖਾਲਸਾ ਦੀਵਾਨ, ਖਾਲਸਾ ਕਾਲਜਸ, ਡੀਏਵੀਜ਼, ਸਨਾਤਨ ਧਰਮ ਇੰਸਟੀਟਿਊਸ਼ਨਸ, ਔਰ ਪੰਜਾਬ ਦੇ ਵਿੱਚ ਤੇ ਕਈ ਇਸ ਤਰ੍ਹਾਂ ਇੰਸਟੀਟਿਊਸ਼ਨਸ ਅਸੀਂ ਵੇਖੇ ਜਿਹੜੇ ਉਨੀ ਦਿਨੀ ਖੁੱਲੇ ਜਦੋਂ ਬਿਲਕੁਲ ਕੋਈ ਐਜੂਕੇਸ਼ਨ ਵੱਲ ਜ਼ਿਆਦਾ ਧਿਆਨ ਨਹੀਂ ਸੀ। ਔਰ ਅੱਜ ਵੀ ਜੇ ਅਸੀਂ ਉਹਨਾਂ ਏਰੀਆਜ਼ ਦੇ ਵਿੱਚ ਜਾਈਏ ਤੇ ਸਾਨੂੰ ਬੜੇ ਪਛੜੇ ਹੋਏ, ਬੜੇ ਇੰਟੀਰੀਅਰ ਵਿੱਚ ਲੱਗਦੇ ਨੇ। ਇਹਨਾਂ ਲੋਕਾਂ ਨੇ ਉਦੋਂ ਉੱਥੇ ਇੰਸਟੀਟਿਊਸ਼ਨਸ ਖੋਲੇ ਸੀ, ਔਰ ਉਦੋਂ ਇੰਸਟੀਟਿਊਸ਼ਨਸ ਲੜਕੀਆਂ ਦੀ ਐਜੂਕੇਸ਼ਨ ਲਈ ਖੋਲੇ ਜਦੋਂ ਲੜਕੀਆਂ ਦੀ ਐਜੂਕੇਸ਼ਨ ਇੱਕ ਟੈਬੂ ਮੰਨੀ ਜਾਂਦੀ ਸੀ। ਸੋ ਉਦੋਂ ਜਦੋਂ ਇਹ ਲੋਕ ਇੰਸਟੀਟਿਊਸ਼ਨਸ ਬਣਾ ਰਹੇ ਸੀ ਤੇ ਇਹ ਆਪਣਾ ਮੁਨਾਫਾ ਨਜ਼ਰ ਵਿੱਚ ਨਹੀਂ ਰੱਖ ਰਹੇ ਸੀ, ਇਹ ਸਿਰਫ ਸੇਵਾ ਦੇ ਭਾਵ ਨਾਲ ਕਰ ਰਹੇ ਸੀ। ਔਰ ਉਹਨਾਂ ਵਿੱਚੋਂ ਅੱਜ ਵੀ ਕੁਝ ਇਹੋ ਜਿਹੇ ਨੇ, ਮੈਨੂੰ ਮੌਕਾ ਮਿਲਿਆ ਕੁਝ ਇੰਸਟੀਟਿਊਸ਼ਨਸ ਨਾਲ ਗੱਲ ਕਰਨ ਦਾ। ਉਹਨਾਂ ਦਾ ਇਹ ਮਕਸਦ, ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਘੱਟ ਦਾਖਲਾ ਮਨਜ਼ੂਰ, ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ ਕੁਆਲਿਟੀ ਦੇ ਨਾਲ। ਸਾਨੂੰ ਘਾਟਾ ਮਨਜ਼ੂਰ, ਅਸੀਂ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਫੈਸਿਲਿਟੀਜ਼ ਨੂੰ ਘੱਟ ਨਹੀਂ ਕਰਾਂਗੇ। ਤੇ ਸਾਨੂੰ, ਮੈਨੂੰ ਬਿਲਕੁਲ ਤਸੱਲੀ ਜਿਹੀ ਵੀ ਹੋਈ ਔਰ ਇਹ ਵੀ ਲੱਗਾ ਕਿ ਇਸ ਤਰ੍ਹਾਂ ਦਾ ਵੀ ਇੰਸਟੀਟਿਊਸ਼ਨ ਅਜੇ ਹੈ ਨੇ। ਤਾਂ ਇੱਕ ਸੈਕਟਰ ਤੇ ਇਹ ਸੀ ਜਿਹੜਾ ਬਿਲਕੁਲ ਨੈਸ਼ਨਲਿਸਟਿਕ ਭਾਵਨਾ ਦੇ ਨਾਲ ਇੰਡੀਪੈਂਡੈਂਸ ਤੋਂ ਪਹਿਲੇ ਤੇ ਇੰਡੀਪੈਂਡੈਂਸ ਤੋਂ ਬਾਅਦ ਸਮਾਜ ਸੇਵਾ ਦੀ ਭਾਵਨਾ ਦੇ ਨਾਲ ਉਹ ਆਇਆ। 91 ਤੋਂ ਬਾਅਦ ਇੱਕ ਪ੍ਰਾਈਵੇਟ ਸੈਕਟਰ ਹੋਰ ਡਿਵੈਲਪ ਹੁੰਦਾ ਹੈ। ਉਹਦਾ ਮਨਸ਼ਾ ਪਹਿਲੇ ਤੇ ਪਰਦੇ ਦੇ ਵਿੱਚ ਮੁਨਾਫਾ ਖੱਟਣਾ ਸੀ, ਤੇ ਫਿਰ ਹੁਣ ਬਿਲਕੁਲ ਕੋਈ ਵੀ ਪਰਦਾਦਾਰੀ ਨਹੀਂ ਰਹੀ ਹੈ, ਬਲਕਿ ਹੁਣ ਸਰਕਾਰਾਂ ਨੇ ਵੀ ਇਹ ਆਪਣੀਆਂ ਪਾਲਿਸੀਜ਼ ਦੇ ਵਿੱਚ ਦਰਜ ਕਰ ਲਿੱਤਾ ਕਿ ਬਈ ਤੁਸੀਂ ਆਪਣਾ ਜਿਹੜਾ ਖਰਚ ਹੁੰਦਾ ਹੈ, ਆਪਣੀ ਕਾਸਟ ਰਿਕਵਰੀ ਕਰਕੇ ਤੇ ਤੁਸੀਂ ਆਪਣੀਆਂ ਫੀਸਾਂ ਤੈਅ ਕਰ ਸਕਦੇ ਹੋ। ਹੁਣ ਸੋ ਇਹ ਮੈਂ ਪ੍ਰਾਈਵੇਟ ਨੂੰ ਦੋ ਸੈਕਟਰਸ ਦੇ ਵਿੱਚ ਐਕਸਪਲੇਨ ਕਰਦਾ ਹੋਇਆ ਮੈਂ ਹੁਣ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ 91 ਤੋਂ ਬਾਅਦ ਜਿਹੜਾ ਪ੍ਰਾਈਵੇਟ ਸੈਕਟਰ ਐਜੂਕੇਸ਼ਨ ਦੇ ਵਿੱਚ ਉਸ ਗੈਪ ਨੂੰ ਪੂਰਾ ਕਰਨ ਲਈ ਆਉਂਦਾ ਹੈ, ਉਹ ਨਿਰੋਲ ਤੇ ਨਿਰੋਲ ਪ੍ਰੋਫਿਟੀਅਰਿੰਗ ਦੇ ਵਾਸਤੇ ਆਉਂਦਾ ਹੈ। ਇਸ ਦੇ ਨਾਲ ਇਹ ਹੋਇਆ ਕਿ ਜਿਹੜੇ ਤੇ ਸਰਕਾਰੀ ਇੰਸਟੀਟਿਊਸ਼ਨ ਸੀਗੇ ਉਹ ਥੋੜੇ ਬੈਠਣੇ ਸ਼ੁਰੂ ਹੋ ਗਏ, ਉਹਨਾਂ ਦੇ ਵਿੱਚ ਕਮੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਦੀਆਂ ਲੈਬੋਰੇਟਰੀਜ਼ ਜਿਹੜੀਆਂ ਨੇ ਉਹ ਡਰਾਈ ਅਪ ਹੋਣੀਆਂ ਸ਼ੁਰੂ ਹੋ ਗਈਆਂ। ਉਹਨਾਂ ਦੀਆਂ ਲਾਇਬ੍ਰੇਰੀਜ਼ ਜਿਹੜੀਆਂ ਨੇ ਉਹ ਸਟੈਟਿਕ ਹੋ ਗਈਆਂ, ਉੱਥੇ ਹੀ ਰੁਕ ਗਈਆਂ। ਨਵੀਆਂ ਕਿਤਾਬਾਂ ਘੱਟ ਆਉਣੀਆਂ ਸ਼ੁਰੂ ਹੋ ਗਈਆਂ। ਸੋ ਇਹ ਜਿਹੜਾ ਸਾਰਾ ਮਸਲਾ ਸੀ, ਇਹਨੂੰ ਮੈਂ ਇਸ ਤਰ੍ਹਾਂ ਜੇ ਇੱਕ ਲਾਈਨ ਵਿੱਚ ਕਹਾਂ ਕਿ ਸਰਕਾਰੀ ਇੰਸਟੀਟਿਊਸ਼ਨਸ ਸਟਾਰਵ ਕਰਦੇ ਗਏ, ਉਹਦੇ ਨਾਲ ਕੁਆਲਿਟੀ ਤੇ ਵੀ ਅਸਰ ਪੈਂਦਾ ਗਿਆ, ਔਰ ਜਿਹੜਾ ਪ੍ਰਾਈਵੇਟ ਸੈਕਟਰ ਸੀਗਾ ਉਹ ਫਲਰਿਸ਼ ਕਰਦਾ ਗਿਆ। ਹੁਣ ਇਹਦੇ ਵਿੱਚ ਹੋਇਆ ਇਹ ਕਿ ਲੋਕਾਂ ਨੇ ਜਦੋਂ ਇਹ ਦੇਖਿਆ ਕਿ ਬਈ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਜਾਂ ਕਾਲਜ ਵਿੱਚ ਭੇਜਦੇ ਹਾਂ ਤੇ ਸਾਡੇ ਬੱਚੇ ਦੀ ਜਿਹੜੀ ਜਿਸ ਉਮੀਦ ਨਾਲ ਅਸੀਂ ਆਪਣੇ ਬੱਚੇ ਨੂੰ ਭੇਜਦੇ ਹਾਂ ਉਹ ਉਮੀਦ ਪੂਰੀ ਨਹੀਂ ਹੁੰਦੀ ਹੈ, ਤਾਂ ਉਹਨਾਂ ਨੇ ਕੋਈ ਹੋਰ ਰਾਹ ਲੱਭਣੇ ਸ਼ੁਰੂ ਕਰ ਦਿੱਤੇ। ਤੇ ਉਹਨਾਂ ਨੂੰ ਇਹ ਲੱਗਿਆ ਕਿ ਜਿਹੜਾ ਪ੍ਰਾਈਵੇਟ ਸੈਕਟਰ ਹੈ ਇਹ ਸ਼ਾਇਦ ਕੁਆਲਿਟੀ ਐਜੂਕੇਸ਼ਨ ਵੀ ਦੇਗਾ, ਔਰ ਸਾਡੀਆਂ ਜਿਹੜੀਆਂ ਉਹ ਉਮੀਦਾਂ ਨੇ ਉਹ ਬਰ ਆਉਣਗੀਆਂ, ਉਹ ਪੂਰੀਆਂ ਹੋ ਜਾਣਗੀਆਂ। ਤੇ ਉਸਨੇ ਸਰਕਾਰੀ ਇੰਸਟੀਟਿਊਸ਼ਨਸ ਤੋਂ ਇੱਕ ਫਲਾਈਟ ਲੈਣਾ ਸ਼ੁਰੂ ਕਰ ਦਿੱਤਾ। ਹੁਣ ਹਾਲਤ ਇਹ ਹੋ ਗਈ ਕਿ ਜੇ ਮੈਂ ਅੱਜ ਦੀ ਸਥਿਤੀ ਵਿੱਚ ਇਹ ਜਿਹੜੀ ਚੀਜ਼ ਹੈ ਇਹ ਵੱਧਦੀ ਗਈ। ਮੈਂ ਅੱਜ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ, ਅਸੀਂ ਟੋਟਲ ਜਿਹੜੇ ਸਕੂਲਾਂ ਦੀ ਗਿਣਤੀ ਹੈ ਉਹ ਲੇਟੈਸਟ ਜਿਹੜੀ 2021 ਦੀ ਰਿਪੋਰਟ ਹੈ, ਕੋਈ 28,695 ਦੇ ਕਰੀਬ ਸਕੂਲ ਨੇ, ਜਿਨ੍ਹਾਂ ਵਿੱਚ 8,000
893 ਜਿਹੜੇ ਨੇ ਉਹ ਪ੍ਰਾਈਵੇਟ ਸਕੂਲ ਨੇ, ਜਿਹੜੇ ਰੈਕਗਨਾਈਜ਼ਡ ਨੇ ਪਰ ਗਵਰਨਮੈਂਟ ਤੋਂ ਕੋਈ ਸਹਾਇਤਾ ਨਹੀਂ ਲੈਂਦੇ, ਤੇ 450 ਜਾਂ 455 ਦੇ ਸਕੂਲ ਇਹੋ ਜਿਹੇ ਨੇ ਜਿਹੜੇ ਸਰਕਾਰੀ ਸਹਾਇਤਾ ਵੀ ਜਿਨ੍ਹਾਂ ਨੂੰ ਮਿਲਦੀ ਹੈ, ਔਰ ਹੌਲੀ ਹੌਲੀ ਉਹ ਵੀ ਸਹਾਇਤਾ ਸੁੱਕਦੀ ਜਾ ਰਹੀ ਹੈ, ਜਿਹਨੂੰ ਅਸੀਂ ਗ੍ਰਾਂਟ ਐਂਡ ਏਡ ਸਿਸਟਮ ਕਹਿੰਦੇ ਸੀਗੇ। ਹੁਣ ਇਹ ਜਿਹੜਾ ਇਹਦਾ ਮਤਲਬ 19,000 ਦੇ ਕਰੀਬ ਗਵਰਨਮੈਂਟ ਸਕੂਲ ਹੈ ਔਰ 9,000 ਦੇ ਕਰੀਬ ਜਿਹੜਾ ਉਹ ਪ੍ਰਾਈਵੇਟ ਸਕੂਲ ਹੈ। ਲੇਕਿਨ ਇਸ ਵੇਲੇ ਜਿਹੜੀ ਲੇਟੈਸਟ ਰਿਪੋਰਟ ਹੈ, ਜਿਹੜਾ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਕੋਈ 27 ਲੱਖ ਦੇ ਕਰੀਬ ਹੈ, ਔਰ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਜਿਹੜੇ 9,000 ਨੇ ਉੱਥੇ 35 ਜਾਂ 36 ਲੱਖ ਦੇ ਕਰੀਬ ਹੈ। ਟੋਟਲ ਜਿਹੜਾ ਬੱਚਾ ਇਸ ਵੇਲੇ ਸਕੂਲ ਵਿੱਚ ਪੜ੍ਹ ਰਿਹਾ ਕਲਾਸ 1 ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ, ਉਹਦੀ ਗਿਣਤੀ 63 ਲੱਖ ਦੇ ਕਰੀਬ ਹੈਗੀ ਹੈ। ਮੈਂ ਇਸ ਗੱਲ 'ਚ ਨਹੀਂ ਜਾਵਾਂਗਾ ਕਿ ਪਿੱਛੇ ਗਿਣਤੀ ਘਟ ਵੀ ਗਈ, ਫਿਰ ਵਧਣੀ ਸ਼ੁਰੂ ਹੋ ਗਈ, ਫਿਰ ਕੋਵਿਡ ਨੇ ਕਾਫੀ ਪ੍ਰੋਬਲਮਸ ਕ੍ਰੀਏਟ ਕੀਤੀਆਂ। ਸੋ ਇਸ ਲਈ ਸਥਿਤੀ ਇਹ ਹੈ ਕਿ ਕਾਫੀ ਵੱਡੇ ਚੰਕ ਨੂੰ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੀ ਸਰਵਿਸ ਹੈ ਉਹ ਪ੍ਰਾਈਵੇਟ ਸੈਕਟਰ ਦੇ ਰਿਹਾ। ਇਸ ਤੋਂ ਅੱਗੇ ਜਿਹੜੀ ਮੈਂ ਅਗਲੀ ਗੱਲ ਇਹ ਕਰਨੀ ਚਾਹੁੰਦਾ ਕਿ ਸਭ ਦੀ ਉਮੀਦ ਜਾਂ ਸਭ ਨੂੰ ਇੱਛਾ ਤਾਂ ਸੀ ਕਿ ਐਜੂਕੇਸ਼ਨ ਸਾਨੂੰ ਮਿਲੇ। ਸਾਨੂੰ ਇੱਕ ਖਾਮ ਖਿਆਲੀ ਸੀ ਕਿ ਮਾਂ-ਬਾਪ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾਉਣਾ ਚਾਹੁੰਦੇ। ਇਹ ਬਹੁਤ ਖਾਮ ਖਿਆਲੀ ਸੀ। ਜਦੋਂ ਉਹਨਾਂ ਦੇ ਨਾਲ ਬਹੁਤ ਕੁਰੇਦ ਕੇ ਅੰਦਰ ਬੈਠ ਕੇ ਗੱਲ ਹੁੰਦੀ ਸੀ ਤੇ ਸਾਰਿਆਂ ਦੀ ਇੱਛਾ ਕਿਤੇ ਨਾ ਕਿਤੇ ਤੇ ਇਹ ਹੁੰਦੀ ਸੀ, ਹਾਂ ਉਹਨਾਂ ਦੇ ਸਾਧਨ ਨਹੀਂ ਸਨ ਕਿ ਉਹ ਆਪਣੇ ਬੱਚਿਆਂ ਨੂੰ ਭੇਜ ਸਕਦੇ। ਇੰਟਰਨੈਸ਼ਨਲ ਲੈਵਲ ਤੇ ਇਹ ਮੁਹਿੰਮ ਚੱਲਦੀ ਰਹੀ ਕਿ ਘੱਟੋ ਘੱਟ ਪ੍ਰਾਇਮਰੀ ਐਜੂਕੇਸ਼ਨ ਤਾਂ ਪੂਰੀ ਯੂਨੀਵਰਸਲ ਹੋਣੀ ਚਾਹੀਦੀ ਹੈ। ਤੇ ਉਸ ਕੜੀ ਦੇ ਵਿੱਚ 2009 ਇੱਕ ਇਸ ਤਰ੍ਹਾਂ ਦਾ ਮਾਈਲਸਟੋਨ ਆਉਂਦਾ ਹੈ ਐਜੂਕੇਸ਼ਨ ਦੀ ਪੂਰੀ ਹਿਸਟਰੀ ਵਿੱਚ ਹਿੰਦੁਸਤਾਨ ਦੀ, ਜਿਹੜਾ ਕਿ ਬੜਾ ਇੰਪੋਰਟੈਂਟ ਹੈ। ਉਹ ਸੀਗਾ ਰਾਈਟ ਟੂ ਐਜੂਕੇਸ਼ਨ ਐਕਟ 2009 ਦਾ ਬਣਨਾ। ਔਰ ਇਹ 2009 ਦਾ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਬਣਿਆ, ਇਸ ਦੇ ਵਿੱਚ ਇਹ ਸੀ ਕਿ ਇਹਦਾ ਜਿਹੜਾ ਸਾਰ ਤੱਤ ਹੈ ਉਹ ਇਹ ਸੀ ਕਿ 6 ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਦਾ ਕੋਈ ਵੀ ਬੱਚਾ ਸਕੂਲ ਤੋਂ ਬਾਹਰ ਨਹੀਂ ਹੋਏਗਾ, ਔਰ ਉਹ ਪੂਰੀ 8 ਸਾਲ ਜਿਹੜੀ ਐਜੂਕੇਸ਼ਨ ਹੈ ਉਸ ਨੂੰ ਪ੍ਰੋਵਾਈਡ ਕਰਨਾ ਸਟੇਟ ਦੀ ਜ਼ਿੰਮੇਵਾਰੀ ਹੋਈ। ਔਰ ਉਸ ਦੇ ਵਿੱਚ ਪ੍ਰਾਈਵੇਟ ਸੈਕਟਰ ਵੀ ਮਦਦ ਕਰੇਗਾ, ਗਵਰਨਮੈਂਟ ਸੈਕਟਰ ਤਾਂ ਕਰੇਗਾ ਹੀ ਕਰੇਗਾ। ਲੇਕਿਨ ਇੱਕ ਮੁਹਿੰਮ ਚੱਲੀ ਕਿ ਸਾਰੇ ਹੀ ਬੱਚੇ ਸਕੂਲਾਂ ਵਿੱਚ ਜ਼ਰੂਰ ਆਉਣਗੇ। ਕਦੀ ਕਦੀ ਇਸ ਤਰ੍ਹਾਂ ਵੀ ਲੱਗਦਾ ਰਿਹਾ ਕਿ ਇਹ ਰਾਈਟ ਟੂ ਐਜੂਕੇਸ਼ਨ ਐਕਟ ਕਿਤੇ ਰਾਈਟ ਟੂ ਐਨਰੋਲਮੈਂਟ ਐਕਟ ਤਾਂ ਨਹੀਂ ਰਹਿ ਗਿਆ, ਕਿ ਇਹ ਤਾਂ ਨਹੀਂ ਹੈ ਕਿ ਸਿਰਫ ਬੱਚਿਆਂ ਨੂੰ ਦਾਖਲ ਕਰ ਲਓ ਤੇ ਉਸ ਤੋਂ ਬਾਅਦ ਬੱਚਿਆਂ ਦਾ ਧਿਆਨ ਨਾ ਕਰੋ। ਕੁਝ ਇਸ ਤਰ੍ਹਾਂ ਦੇ ਹਾਲਾਤ ਵੀ ਬਣੇ। ਖੈਰ, ਲੇਕਿਨ ਹੁਣ ਇੱਕ ਗੱਲ ਇਹ ਪ੍ਰਾਪਤੀ ਹੀ ਮੰਨੀ ਜਾਣੀ ਚਾਹੀਦੀ ਹੈ ਕਿ ਜੇ ਇਸ ਵੇਲੇ ਅਸੀਂ ਆਪਣੀ ਪੰਜਾਬ ਦੀ ਗ੍ਰੋਸ ਐਨਰੋਲਮੈਂਟ ਰੇਸ਼ੋ ਨੂੰ ਵੇਖੀਏ, ਗ੍ਰੋਸ ਐਨਰੋਲਮੈਂਟ ਰੇਸ਼ੋ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ, ਪਰ ਮੈਂ ਥੋੜਾ ਜਿਹਾ ਉਹਨੂੰ ਐਕਸਪਲੇਨ ਇੰਜ ਕਰਦੇ ਹਾਂ ਕਿ ਜਿੰਨੇ ਵੀ ਬੱਚੇ ਉਸ ਏਜ ਗਰੁੱਪ ਵਿੱਚ ਹਨ ਉਹਦਾ ਕਿੰਨਾ ਪ੍ਰਤੀਸ਼ਤ ਸਕੂਲਾਂ ਵਿੱਚ ਹੈ ਜਾਂ ਕਿੰਨਾ ਐਨਰੋਲਡ ਹੈ। ਕਰੀਬ 100% ਐਨਰੋਲਮੈਂਟ ਜਿਹੜੀ ਹੈ ਉਹ 8ਵੀਂ ਜਮਾਤ ਤੱਕ ਹੈ। ਉਹਦਾ ਰਾਈਟ ਟੂ ਐਜੂਕੇਸ਼ਨ ਨੇ ਇਨਸ਼ੋਰ ਕੀਤਾ ਸੀਗਾ। ਫਿਰ 9th and 10th ਵਿੱਚ ਪੰਜਾਬ ਦੀ 95 ਜਾਂ 94 96% ਹੈ। ਲੇਕਿਨ ਜਦੋਂ ਹਾਇਰ ਸੈਕੰਡਰੀ ਆਉਂਦੀ ਹੈ, 12ਵੀਂ ਕਲਾਸ 11ਵੀਂ 12ਵੀਂ ਆਉਂਦੀ ਹੈ, ਉਦੋਂ ਇਹ ਡਿਪ ਡਾਊਨ ਕਰ ਜਾਂਦੀ ਹੈ 50%, 53, 4, 5% ਦੇ ਕਰੀਬ। ਮਤਲਬ ਕਿ 11ਵੀਂ 12ਵੀਂ ਵਿੱਚ ਦਾਖਲਾ ਥੋੜਾ ਜਿੰਨੀ ਉਸ ਏਜ ਗਰੁੱਪ ਦੇ ਬੱਚੇ ਜਾਣੇ ਚਾਹੀਦੇ ਸੀਗੇ ਉਹ ਥੋੜੇ ਘਟ ਜਾਂਦੇ ਨੇ। ਹੁਣ ਇਹ ਜਿਹੜੀ ਇੱਕ ਪ੍ਰਾਪਤੀ ਜਿਹਨੂੰ ਅਸੀਂ ਇਹ ਕਹੀਏ ਕਿ ਇੱਕ ਸਮਾਜਿਕ ਤੌਰ ਤੇ ਇੱਕ ਕ੍ਰਾਂਤੀ, ਇੱਕ ਰੈਵੋਲੂਸ਼ਨ ਵੀ ਇਸ ਨੂੰ ਦੇ ਤੌਰ ਤੇ ਸਮਝਿਆ ਜਾ ਸਕਦਾ ਸੀਗਾ। ਲੇਕਿਨ ਇਹਦੇ ਨਾਲ ਕੁਝ ਮਸਲੇ ਹੋਰ ਖੜੇ ਹੋ ਗਏ। ਸਾਡੇ ਕੋਲ ਇੰਨੇ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਪ੍ਰਬੰਧ ਉਹਨੇ ਕਾਫੀ ਨਹੀਂ ਸਨ।
ਅਸੀਂ ਕੋਸ਼ਿਸ਼ਾਂ ਤਾਂ ਕੀਤੀਆਂ, ਪਰ ਹੋਇਆ ਇਹ ਹੈ ਕਿ 10 ਸਾਲ 11 ਸਾਲ ਦੀ ਇਵੈਲੂਏਸ਼ਨ ਤੋਂ ਬਾਅਦ ਸਾਨੂੰ ਇਹ ਸਮਝ ਲੱਗਦੀ ਹੈ ਕਿ ਜਿਹੜਾ ਐਨਰੋਲਮੈਂਟ ਤਾਂ ਹੋ ਗਿਆ, ਲੇਕਿਨ ਕੁਆਲਿਟੀ ਐਜੂਕੇਸ਼ਨ ਜਿਹੜੀ ਆ ਉਹ ਨਹੀਂ ਪ੍ਰੋਵਾਈਡ ਹੋ ਸਕੀ। ਹੁਣ ਇਹ ਕਿਉਂ ਨਹੀਂ ਹੋ ਸਕੀ? ਇਹ ਮੈਨੂੰ ਇਹ ਲੱਗਦਾ ਕਿ ਉਹਨਾਂ ਜਨਰੇਸ਼ਨਸ ਦੇ ਨਾਲ ਵੀ ਇਹ ਇੱਕ ਧੋਖਾ ਹੀ ਹੋਇਆ ਹੋਏਗਾ, ਜਿਹੜੇ 8ਵੀਂ 10ਵੀਂ ਪਾਸ ਕਰ ਗਏ। ਸਾਡੇ ਵਾਸਤੇ ਤਾਂ ਇਹ ਮਸਲਾ ਸਿਰਫ ਇੰਨਾ ਹੀ ਹੈ ਕਿ ਉਦੋਂ ਨਹੀਂ ਹੋ ਸਕਿਆ, ਲੇਕਿਨ ਉਹ ਜਿਹੜੇ ਚਲੇ ਗਏ ਉਹਨਾਂ ਲਈ ਤਾਂ ਇੱਕ ਬਹੁਤ ਵੱਡਾ ਮਸਲਾ ਹੈਗਾ, ਕਿਉਂਕਿ ਉਹਨਾਂ ਦੀ ਤਾਂ ਇੱਕੋ ਹੀ ਜ਼ਿੰਦਗੀ ਹੈ ਨਾ। ਉਹ ਹੁਣ ਕੀ ਅੱਗੇ ਕਰ ਰਹੇ ਹੋਣਗੇ, ਇੱਕ ਬੜਾ ਮੁਸ਼ਕਿਲ ਬਣ ਗਈ। ਕੁਆਲਿਟੀ ਕਿਉਂ ਮਾੜੀ? ਕੁਆਲਿਟੀ ਮਾੜੀ ਸੀ, ਇਹਦਾ ਅੰਦਾਜ਼ਾ ਸਾਨੂੰ ਕਿਵੇਂ ਲੱਗਿਆ? ਕੁਝ ਇੱਕ ਤਾਂ ਤੁਹਾਡੀ ਨਾ ਇੱਕ ਬ੍ਰੌਡਰ ਸੈਂਸ ਹੁੰਦੀ ਹੈ ਕਿ ਤੁਸੀਂ ਜਦੋਂ ਬੱਚਿਆਂ ਨਾਲ ਗੱਲਬਾਤ ਕਰਦੇ ਹੋ, ਉਹਨਾਂ ਨਾਲ ਉਹਦੇ ਮਾਂ-ਬਾਪ ਨੂੰ ਮਿਲਦੇ ਹੋ, ਕਈਆਂ ਨਾਲ ਕਰਦੇ ਹੋ, ਤੁਹਾਨੂੰ ਇੱਕ ਜਨਰਲ ਸੈਂਸ ਤੁਹਾਡਾ ਬਣਦਾ ਹੈ ਕਿ ਉਹ ਕੁਆਲਿਟੀ ਐਜੂਕੇਸ਼ਨ ਦੀ ਨਹੀਂ ਹੈ। ਦੂਸਰਾ, ਸਾਡੇ ਕੋਲ ਆਥੈਂਟਿਕ ਰਿਪੋਰਟਸ, ਆਥੈਂਟਿਕ ਮੈਂ ਕਹਿ ਲੈਣਾ, ਪਰ ਉਹਦੀਆਂ ਵੀ ਮੁਸ਼ਕਲਾਂ ਨੇ, ਪਰ ਫਿਰ ਵੀ ਐਨੂਅਲ ਸਟੇਟਸ ਐਜੂਕੇਸ਼ਨ ਰਿਪੋਰਟ ਹਰ ਸਾਲ ਆਉਂਦਾ ਸੀਗਾ। ਇੱਕ ਪ੍ਰਥਮ ਨਾਂ ਦੀ ਆਰਗੇਨਾਈਜੇਸ਼ਨ ਹੈ, ਵੋਲੰਟਰੀ ਆਰਗੇਨਾਈਜੇਸ਼ਨ ਹੈ, ਜੀ ਗਵਰਨਮੈਂਟ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਨੈਸ਼ਨਲ ਲੈਵਲ ਤੇ ਉਹਨਾਂ ਨੇ ਇਹ ਟੀਚਾ ਬਣਾਇਆ ਸੀ ਕਿ ਅਸੀਂ ਹਰ ਸਾਲ ਉਹ ਪੂਰੇ ਹਿੰਦੁਸਤਾਨ ਦਾ ਸਰਵੇ ਕਰਦੇ ਸੀਗੇ, ਤੇ ਉਹਦੇ ਵਿੱਚ ਇਹ ਪਤਾ ਲੱਗਦਾ ਸੀ ਕਿ ਬੱਚਿਆਂ ਦੇ ਜਿਹੜੇ ਲਰਨਿੰਗ ਆਊਟਕਮਸ ਨੇ, ਜੋ ਉਹਨਾਂ ਨੇ ਸਿੱਖਿਆ, ਉਹ ਜਿਸ ਕਲਾਸ ਦੇ ਵਿੱਚ ਹੈਗੇ ਨੇ ਉਹਦੇ ਪੱਧਰ ਦਾ ਨਹੀਂ ਹੈ। ਜੇ 8ਵੀਂ ਜਮਾਤ ਵਾਲਾ ਤੇ ਉਹਨੂੰ 5ਵੀਂ ਜਮਾਤ ਦੀ ਗੱਲ ਨਹੀਂ ਆਉਂਦੀ, ਜੇ 5ਵੀਂ ਵਾਲਾ ਤੇ ਉਹਨੂੰ ਚੌਥੀ ਵਾਲੀ ਨਹੀਂ ਆਉਂਦੀ, ਜੇ ਚੌਥੀ ਦਾ ਤੇ ਉਹਨੂੰ ਦੂਜੀ ਦੀ ਨਹੀਂ ਆਉਂਦੀ। ਸੋ ਇੱਕ ਬੜਾ ਹੀ ਕ੍ਰਾਈਸਿਸ ਪੈਦਾ ਹੋ ਗਿਆ। ਹੁਣ ਇਹ ਜਿਹੜਾ ਸਰਵੇ ਸੀਗਾ, ਇਹ ਉਹ ਸਰਕਾਰੀ ਸਕੂਲਾਂ ਨੂੰ ਐਟ ਰੈਂਡਮ ਲੈਂਦੇ ਸੀਗੇ ਕਿਤੇ ਵੀ, ਔਰ ਉਹ ਕਰਦੇ ਸੀ। ਇੱਕ NCERT ਨੇ ਵੀ ਇੱਕ ਨੈਸ਼ਨਲ ਅਚੀਵਮੈਂਟ ਸਰਵੇ ਕੀਤਾ ਸੀਗਾ, ਇੱਕ 2017 ਵਿੱਚ ਕੀਤਾ ਸੀ, ਇੱਕ ਹੁਣ 2021 ਵਿੱਚ ਕੀਤਾ। ਹੁਣ ਉਹ ਬੜੇ ਇੰਟਰਸਟਿੰਗ ਉਹਦੇ ਫਿਗਰਸ ਨੇ, ਸ਼ਾਇਦ ਤੁਹਾਨੂੰ ਇਸ ਦਿਲਚਸਪੀ ਹੋਏਗੀ ਕਿ ਅਸੀਂ ਲਗਾਤਾਰ 10 ਸਾਲ ਤਾਂ ਇਹ ਸੁਣਦੇ ਰਹੇ ਕਿ ਸਾਡੀ ਹਾਲਤ ਬੜੀ ਮਾੜੀ ਹੈ, ਸਾਡੀ ਹਾਲਤ ਬੜੀ ਮਾੜੀ ਹੈ। ਕੋਵਿਡ ਆ ਗਿਆ, ਕੋਵਿਡ ਦੇ ਨਾਲ 2 ਸਾਲ ਸਕੂਲ ਆਲਮੋਸਟ ਪ੍ਰੈਕਟੀਕਲੀ ਬੰਦ ਰਹੇ। ਆਨਲਾਈਨ ਐਜੂਕੇਸ਼ਨ ਨੂੰ ਬੜਾਵਾ ਦਿੱਤਾ ਗਿਆ, ਉਹ ਆਨਲਾਈਨ ਪ੍ਰੋਸੈਸ, ਆਨਲਾਈਨ ਮੈਥਡ ਨੂੰ ਬੜਾਵਾ ਦਿੱਤਾ ਗਿਆ। ਐਜੂਕੇਸ਼ਨ ਹੋਈ ਕਿ ਨਾ ਹੋਈ ਇਹ ਤਾਂ ਬਾਅਦ ਦੀ ਗੱਲ ਹੈ। ਇਮੀਡੀਏਟਲੀ ਉਸ ਤੋਂ ਬਾਅਦ, ਮਤਲਬ ਕੋਵਿਡ ਅਜੇ ਚੱਲ ਹੀ ਰਿਹਾ ਤੇ ਸਕੂਲ ਖੁੱਲੇ ਨੇ, ਅੱਧੇ ਬੱਚੇ ਆਏ ਨੇ, ਕੁਝ ਨਹੀਂ ਆਏ, ਤੇ ਅਕਤੂਬਰ ਨਵੰਬਰ 2021 ਦੇ ਵਿੱਚ NCERT ਉਹਦਾ ਪਲਾਨ ਕਰਦੀ ਹੈ ਤੇ CBSE ਉਸ ਨੂੰ ਕਰਦੀ ਹੈ, ਐਗਜ਼ੀਕਿਊਟ ਕਰਦੀ ਹੈ। ਨੈਸ਼ਨਲ ਸਰਵੇ, ਅਚੀਵਮੈਂਟ ਸਰਵੇ ਜਿਹੜਾ 2021 ਦਾ ਆਇਆ, ਉਹ ਇੰਨਾ ਜ਼ਿਆਦਾ ਉਤਸ਼ਾਹ ਦੇ ਦੇਣ ਵਾਲਾ ਸੀ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੰਜਾਬ ਹੈ, ਇਹ ਸਾਰੇ ਹਿੰਦੁਸਤਾਨ ਵਿੱਚ ਪਹਿਲੇ ਨੰਬਰ ਤੇ ਆ ਗਿਆ ਕੁਆਲਿਟੀ ਐਜੂਕੇਸ਼ਨ ਤੇ। ਉਹਨਾਂ ਨੇ 3ਜੀ ਜਮਾਤ, 5ਵੀਂ ਜਮਾਤ, 8ਵੀਂ ਜਮਾਤ ਤੇ 10ਵੀਂ ਜਮਾਤ ਦੇ ਬੱਚਿਆਂ ਦਾ ਸਰਵੇ ਕੀਤਾ, ਉਹਨਾਂ ਨੂੰ ਟੈਸਟ ਦਿੱਤਾ ਬਕਾਇਦਾ। ਉਹਦੇ ਵਿੱਚ ਪ੍ਰਾਈਵੇਟ ਸਕੂਲ ਵੀ ਸ਼ਾਮਿਲ ਸੀਗੇ ਤੇ ਉਹਦੇ ਵਿੱਚ ਗਵਰਨਮੈਂਟ ਸਕੂਲ ਵੀ ਸ਼ਾਮਿਲ ਸੀਗੇ। ਤੇ ਉਹਦੇ ਮੈਂ ਹੁਣ ਬਹੁਤ ਡਿਟੇਲਸ ਮੈਂ ਨਹੀਂ ਦੱਸੂਗਾ ਤੁਹਾਨੂੰ, ਕਿਉਂਕਿ ਉਹ ਬਹੁਤ ਲੰਬਾ ਹੋ ਜਾਏਗਾ, ਲੇਕਿਨ ਉਹਦੇ ਵਿੱਚ ਇਹ ਦੇਖਿਆ ਗਿਆ, ਉਹ ਰਿਪੋਰਟ ਇਹ ਆਈ, ਔਰ ਪੰਜਾਬ ਨੇ ਤੇ ਆਪਣੇ ਆਪ ਨੂੰ ਬਿਲਕੁਲ ਇਹ ਸਮਝਿਆ ਕਿ ਅਸੀਂ ਤਾਂ ਹੁਣ ਔਨ ਦਾ ਟੌਪ ਆਫ ਦਾ ਵਰਲਡ ਹੋ ਗਏ ਹਾਂ, ਕਿ ਅਸੀਂ ਨੰਬਰ 1 ਤੇ ਆ ਗਏ। ਮੈਥਮੈਟਿਕਸ, ਲੈਂਗੁਏਜ, ਇੰਗਲਿਸ਼ ਔਰ ਸੋਸ਼ਲ ਸਾਇੰਸਿਸ ਔਰ ਸਾਇੰਸਿਸ, ਇਹਨਾਂ ਸਾਰਿਆਂ ਦਾ ਟੈਸਟ ਲਿਆ ਗਿਆ ਤੇ ਪੰਜਾਬ ਦੀ ਐਵਰੇਜ ਸਾਰਿਆਂ ਹੀ ਸਬਜੈਕਟਸ ਦੇ ਵਿੱਚ ਟੌਪ ਤੇ ਰਹੀ, ਨੰਬਰ 1 ਤੇ ਰਹੀ। ਸਿਰਫ ਇੰਗਲਿਸ਼ ਜੋ 3ਜੇ ਨੰਬਰ ਤੇ ਆਏ ਤੇ ਬਾਕੀ ਸਾਰਾ ਕੁਝ ਵਧੀਆ। ਫਿਰ ਅੱਗੇ ਇੱਕ ਹੋਰ ਗੱਲ ਹੋਈ ਕਿ ਉਹਨਾਂ ਨੇ 4 ਲੈਵਲਸ ਬਣਾਏ ਸੀ। 4 ਲੈਵਲ ਸੀਗੇ, ਇੱਕ ਸੀਗਾ ਬੇਸਿਕ, ਬਿਲੋ ਬੇਸਿਕ,
ਐਂਡ ਬੇਸਿਕ, ਇੱਕ ਸੀਗਾ ਪ੍ਰੋਫੀਸ਼ੀਐਂਟ ਲੈਵਲ ਤੇ ਇੱਕ ਸੀਗਾ ਐਡਵਾਂਸਡ ਪ੍ਰੋਫੀਸ਼ੀਐਂਟ ਲੈਵਲ। ਤੁਸੀਂ ਯਕੀਨ ਕਰੋਗੇ ਕਿ ਸਾਡੇ ਤੀਜੀ, ਪੰਜਵੀਂ, 8ਵੀਂ ਔਰ 10ਵੀਂ ਦੇ ਬੱਚੇ, ਮੋਰ ਦੈਨ 60% ਜਿਹੜੇ ਬੱਚੇ ਸੀਗੇ ਉਹ ਐਡਵਾਂਸਡ ਲੈਵਲ ਆਫ ਪ੍ਰੋਫੀਸ਼ੀਐਂਸੀ ਦੇ ਵਿੱਚ ਰਿਪੋਰਟ ਉਹਨਾਂ ਨੇ ਕੀਤਾ ਵੀ ਇਹ ਐਡਵਾਂਸਡ ਲੈਵਲ ਆਫ ਪ੍ਰੋਫੀਸ਼ੀਐਂਸੀ ਵਿੱਚ ਹੈਗੇ ਨੇ। ਹੁਣ ਐਡਵਾਂਸਡ ਲੈਵਲ ਆਫ ਪ੍ਰੋਫੀਸ਼ੀਐਂਸੀ ਕੀ ਸੀਗਾ? ਉਹਦੇ ਵਿੱਚ ਇਹ ਸੀ ਕਿ ਇਹਨਾਂ ਬੱਚਿਆਂ ਨੇ ਕੋਰਸ ਕਰਿਕੂਲਮ ਨੂੰ ਐਕਸਟਰਾਆਰਡੀਨਰੀਲੀ ਮਾਸਟਰ ਕਰ ਲਿਆ। ਦੂਸਰਾ ਕਿ ਉਹ ਤੱਥਾਂ ਨੂੰ ਪੜ੍ਹ ਕੇ, ਸਮਝ ਕੇ ਉਹਨੂੰ ਇੰਟਰਪ੍ਰੈਟ ਕਰ ਸਕਦੇ ਨੇ। ਉਹ ਵੱਖ-ਵੱਖ ਮਿਲਦੇ, ਵੱਖ-ਵੱਖ ਪ੍ਰਾਪਤ ਹੋਏ ਸੂਚਨਾਵਾਂ ਨੂੰ ਜੋੜ ਕੇ ਇੱਕ ਆਪਣੀ ਇੱਕ ਅੰਡਰਸਟੈਂਡਿੰਗ ਪੈਦਾ ਕਰ ਸਕਦੇ ਨੇ। ਉਹ ਅਪਲਾਈ ਕਰ ਸਕਦੇ ਨੇ, ਇੰਟਰਪ੍ਰੈਟ ਕਰ ਸਕਦੇ ਨੇ, ਉਹ ਐਨਾਲਾਈਜ਼ ਕਰ ਸਕਦੇ ਨੇ ਔਰ ਕ੍ਰਿਟੀਕਲੀ ਸੋਚ ਸਕਦੇ ਨੇ। ਮੈਂ ਇਹ ਸੋਚਦਾ ਕਿ ਜੇ ਸਾਡੇ ਬੱਚਿਆਂ ਨੂੰ ਸੱਚਮੁੱਚ ਇਹ ਸਾਰਾ ਕੁਝ ਆ ਗਿਆ ਹੁੰਦਾ ਤਾਂ ਅੱਜ ਸਾਨੂੰ ਤਾਂ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਸੀ। ਜੇ 60% ਬੱਚੇ ਨੂੰ, 60% ਤੋਂ ਜ਼ਿਆਦਾ ਬੱਚਿਆਂ ਨੂੰ ਕ੍ਰਿਟੀਕਲੀ ਸੋਚਣਾ ਆ ਗਿਆ, ਵੱਖ-ਵੱਖ ਤਰ੍ਹਾਂ ਦੀਆਂ ਸੂਚਨਾਵਾਂ ਨੂੰ ਜੋੜ ਕੇ ਸਮਝਣਾ ਆ ਗਿਆ, ਉਹਨਾਂ ਨੂੰ ਐਨਾਲਾਈਜ਼ ਤੇ ਇੰਟਰਪ੍ਰੈਟ ਕਰਨਾ ਆ ਗਿਆ, ਤੁਸੀਂ ਦੱਸੋ ਆਪਾਂ ਹੋਰ ਲੈਣਾ ਕੀ ਹੈ? ਐਜੂਕੇਸ਼ਨ ਦਾ ਇਹੀ ਤਾਂ ਮਕਸਦ ਹੁੰਦਾ ਹੈ। ਔਰ ਐਜੂਕੇਸ਼ਨ ਦਾ ਸਹੀ ਮਾਇਨੇ ਵੀ ਇਹ ਨੇ। ਪਰ ਯਕੀਨ ਥੋੜਾ ਡੋਲ ਜਾਂਦਾ ਹੈ ਜਦੋਂ ਅਸੀਂ ਇਸ ਨੂੰ ਫੀਲਡ ਦੇ ਵਿੱਚ ਸਾਨੂੰ ਜੋ ਅਸੀਂ ਸੈਂਸ ਸਾਨੂੰ ਮਿਲਦੀ ਹੈ। ਸੋ ਪੰਜਾਬ ਦੀ ਐਜੂਕੇਸ਼ਨ ਦੇ ਉੱਪਰ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਵੱਡਾ ਜਿਹੜਾ ਸੰਕਟ ਹੈ ਉਹ ਬੇਭਰੋਸਗੀ ਦਾ ਸੰਕਟ ਹੈ। ਸਾਨੂੰ ਭਰੋਸੇ ਦਾ ਸੰਕਟ ਹੈ ਕਿ ਇਹ ਜਿਹੜੀ ਰਿਪੋਰਟਸ ਨੇ, ਇਹ ਜਿਹੜੀਆਂ ਸਾਨੂੰ ਸਾਡੀ ਵਾਹ-ਵਾਹ ਕਰ ਰਹੀਆਂ ਨੇ, ਇਹ ਸੱਚੀ ਮੁੱਚੀ ਠੀਕ ਵੀ ਨੇ ਕਿ ਨਹੀਂ ਠੀਕ ਨੇ। ਮੈਂ ਇਸ ਗੱਲ ਵਿੱਚ ਨਹੀਂ ਜਾਵਾਂਗਾ ਕਿ ਇਹ ਠੀਕ ਸਰਵੇ ਹੋਇਆ, ਠੀਕ ਤਰ੍ਹਾਂ ਹੋਇਆ, ਨਾ ਹੋਇਆ। ਮੇਰੇ ਕੋਲ ਕੋਈ ਆਥੈਂਟਿਕ ਇਨਫੋਰਮੇਸ਼ਨ ਨਹੀਂ ਹੈ ਇਹਦੇ ਬਾਰੇ ਜਿਹਦੇ ਬਾਰੇ ਮੈਂ ਕੋਈ ਗੱਲ ਕਰ ਸਕਾਂ। ਪਰ ਹਾਂ, ਜ਼ਮੀਨੀ ਹਕੀਕਤ ਦੇ ਨਾਲ ਇਹ ਰਿਪੋਰਟ ਮੇਲ ਨਹੀਂ ਖਾਂਦੀ। ਜਦੋਂ ਮੈਂ ਤੁਹਾਡੇ ਨਾਲ ਰਾਈਟ ਟੂ ਐਜੂਕੇਸ਼ਨ ਐਕਟ ਦੀ ਗੱਲ ਕਰ ਰਿਹਾ ਸੀਗਾ, ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਸੀ ਕਿ ਬਹੁਤ ਬੱਚੇ ਸਕੂਲਾਂ ਵਿੱਚ ਆ ਗਏ। ਦੂਸਰਾ ਜਿਹੜਾ ਸੰਕਟ ਸਭ ਤੋਂ ਵੱਡਾ ਹੈ ਉਹ ਥਿਓਰੈਟੀਕਲ ਸੰਕਟ ਹੈ, ਜਿਹੜਾ ਐਜੂਕੇਸ਼ਨਲ ਥਿਊਰੀ ਦੀ ਪੂਅਰ ਅੰਡਰਸਟੈਂਡਿੰਗ ਦਾ ਸੰਕਟ ਹੈ। ਉਹ ਇਹ ਹੈ ਕਿ ਅਸੀਂ ਇਹ ਮੰਨ ਲਿਆ, ਅਸੀਂ ਇਹ ਮੰਨ ਲੈਨੇ ਆ ਜਾਂ ਬੜੇ ਅਸੀਂ ਆਸਾਨੀ ਦੇ ਨਾਲ ਇਹ ਤੈਅ ਕਰ ਲੈਨੇ ਆ ਕਿ ਕੁਝ ਬੱਚੇ ਸਿੱਖਿਆ ਲੈ ਸਕਦੇ ਨੇ ਤੇ ਕੁਝ ਬੱਚੇ ਸਿੱਖਿਆ ਨਹੀਂ ਲੈ ਸਕਦੇ। ਮੈਨੂੰ ਨਹੀਂ ਪਤਾ ਕਿ ਇੱਕ ਟੀਚਰ ਜਾਂ ਕੋਈ ਵੀ ਕਿਸੇ ਵੀ ਬੱਚੇ ਨੂੰ ਕਿਸ ਆਧਾਰ ਤੇ ਇਹ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਹੈ ਕਿ ਤੂੰ ਕੁਝ ਨਹੀਂ ਕਰ ਸਕਦਾ। ਦਰਅਸਲ ਇਹਦੇ ਨਾਲ ਥਿਓਰੈਟੀਕਲ ਪਾਵਰਟੀ ਤਾਂ ਹੈ ਹੀ, ਇੱਕ ਸੋਸ਼ਲ ਤੇ ਫਿਲੋਸੋਫੀਕਲ ਆਈਡੀਓਲੋਜੀ ਦੀ ਪਾਵਰਟੀ ਵੀ ਹੈ। ਸਾਨੂੰ ਇਹ ਸਮਝ ਲੱਗ ਗਈ ਕਿ ਜਿਹੜਾ ਗਰੀਬ ਗਰੁੱਪ ਹੈ, ਜਿਹੜਾ ਮਾਰਜਨ ਤੇ ਹੈ, ਜਿਹਦੇ ਕੋਲ ਸਾਧਨ ਨਹੀਂ, ਜਿਹਦਾ ਮਾਂ-ਬਾਪ ਪੜ੍ਹਿਆ ਲਿਖਿਆ ਨਹੀਂ, ਜਿਹਦੇ ਕੋਲ ਕੁਝ ਵੀ ਇਸ ਤਰ੍ਹਾਂ ਦਾ ਨਹੀਂ, ਔਰ ਉਹ ਬਿਲਕੁਲ ਆਰਾਮ ਨਾਲ ਪਰੋਸੀਆਂ ਹੋਈਆਂ ਚੀਜ਼ਾਂ ਦੇ ਵਿੱਚ ਪੜ੍ਹਨ ਵਾਲਾ, ਸੁਵਿਧਾਵਾਂ ਵਿੱਚ ਪੜ੍ਹਨ ਵਾਲਾ ਬੱਚਾ ਉਹ ਨਹੀਂ ਹੈ ਤੇ ਉਹ ਕੁਝ ਕਰ ਹੀ ਨਹੀਂ ਸਕਦਾ। ਅਫਸੋਸ ਇਹ ਹੈ ਕਿ ਬਹੁਤ ਟੀਚਰਸ ਸਾਡੇ, ਉਹਨਾਂ ਨੇ ਇਹ ਵਿਸ਼ਵਾਸ ਕਰ ਲਿਆ ਕਿ ਇਹ ਜਿਹੜੇ ਸਾਰੇ ਆ ਗਏ ਨੇ ਨਾ ਪੜ੍ਹਨ, ਔਰ ਕਿੰਨੇ ਲਗਾਏ ਨੇ ਰਾਈਟ ਟੂ ਐਜੂਕੇਸ਼ਨ ਐਕਟ ਨੇ। ਮੈਨੂੰ ਲੱਗਦਾ ਕਿ ਸਾਡਾ ਕਲਾਸ ਬਾਇਸ ਵੀ ਉਹਨਾਂ ਦੇ ਖਿਲਾਫ ਸ਼ਾਇਦ ਹੋ ਗਿਆ ਹੋਇਆ ਕਿ ਅਸੀਂ ਉਹਨਾਂ ਨੂੰ ਬਿਲਕੁਲ ਮੂਲੋਂ ਛੱਡ ਹੀ ਦਿੰਨੇ ਆ ਕਿ ਇਹ ਨਹੀਂ, ਇਹਨਾਂ ਦਾ ਨਹੀਂ ਕੁਝ ਹੋ ਸਕਦਾ। ਬਾਕੀ ਚੰਗਿਆਂ ਨੂੰ ਤਾਂ ਸਾਰੇ ਚੰਗਾ ਬਣਾ ਲੈਂਦੇ ਨੇ। ਆਫਟਰ ਆਲ ਕਲਾਸਰੂਮ ਦੇ ਵਿੱਚ ਟੀਚਰ ਨੇ ਤੇ ਕਰਨਾ ਹੀ ਕੀ ਹੁੰਦਾ। ਟੀਚਰ ਐਜੂਕੇਸ਼ਨ ਦੇ ਵਿੱਚ ਇਹੀ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਉਹਨਾਂ ਦੇ ਟੈਲੈਂਟ ਨੂੰ ਪਛਾਣੋਗੇ, ਉਹਨਾਂ ਨੂੰ ਐਕਸਪਲੋਰ ਕਰੋਗੇ, ਉਹਨਾਂ ਦੀ ਪੋਟੈਂਸ਼ੀਅਲ ਨੂੰ ਐਕਸਪਲੋਰ ਕਰੋਗੇ, ਉਹਨੂੰ ਵਧਾਓਗੇ। ਤਾਂ ਜੇ ਆਪਾਂ ਬਹੁਤ ਜਲਦੀ ਇਹ ਨਿਰਣਾ ਕਰਕੇ ਫੈਸਲਾ ਹੀ ਸੁਣਾ ਦਿੰਨੇ ਆ
कि तुसी कुछ भी नहीं कर सकते, ਤਾਂ ਇੱਕ ਇਹ ਸੰਕਟ ਬਹੁਤ ਵੱਡਾ ਹੈ ਜਿਸ ਨੇ ਐਜੂਕੇਸ਼ਨ ਸਟੈਂਡਰਡਸ ਨੂੰ ਘਟਾਇਆ। ਤੀਸਰਾ ਜਿਹੜਾ ਸੰਕਟ ਹੈ ਉਹ ਸਾਡਾ ਹੈਗਾ ਕਿ ਕਿਉਂਕਿ ਸਟੇਟ ਆਪਣੇ ਇੰਸਟੀਟਿਊਸ਼ਨਸ ਨੂੰ ਨਰਿਸ਼ ਨਹੀਂ ਕਰਦੀ, ਉਹਨੂੰ ਨਰਚਰ ਚੰਗੀ ਤਰ੍ਹਾਂ ਨਹੀਂ ਕਰਦੀ, ਉਹ ਥੋੜਾ ਵਿੱਚ ਜੀਂਦੇ ਨੇ, ਰਾਈਟ? ਉਹ ਗੁਜ਼ਾਰੇ ਕਰਦੇ ਨੇ, ਉਹ ਕੰਮ ਸਾਰਦੇ ਨੇ। ਕੰਮ ਸਾਰਨਾ, ਗੁਜ਼ਾਰੇ ਕਰਨਾ, ਜੋ ਕੁਝ ਹੈ ਉਹਦੇ ਨਾਲ ਕੰਮ ਚਲਾ ਲੈਣਾ ਤੇ ਸਾਰਾ ਕੁਝ ਕਿਸੇ ਨੂੰ ਪ੍ਰੋਵਾਈਡ ਹੋਏ ਤੇ ਉਹਨੂੰ ਐਜੂਕੇਸ਼ਨ ਦੇਣਾ, ਇਹਨਾਂ ਦੋਵਾਂ 'ਚ ਬਹੁਤ ਫਰਕ ਹੈ। ਸਰਕਾਰੀ ਸਿਸਟਮ ਨੇ, ਸਟੇਟਸ ਨੇ ਪਤਾ ਨਹੀਂ ਕੀ ਸੋਚਿਆ, ਉਹਨਾਂ ਨੇ ਆਪਣੇ ਇੰਸਟੀਟਿਊਸ਼ਨਸ ਨੂੰ ਨਰਚਰ ਨਹੀਂ ਕੀਤਾ। ਇਹ ਮੇਰੀ ਕੰਸੀਡਰਡ ਓਪੀਨੀਅਨ ਹੈਗੀ ਹੈ। ਪ੍ਰਾਈਵੇਟ ਸਕੂਲ ਜਿਹੜਾ ਸੀਗਾ, ਜਦੋਂ ਉਹਦੇ ਵੱਲ ਬੱਚਾ ਗਿਆ, ਫਿਰ ਉਹਦੇ ਕੋਲ ਤੇ ਉਹੀ ਗਿਆ ਨਾ ਜਿਹੜਾ ਫੀਸ ਦੇ ਸਕਦਾ ਸੀਗਾ। ਅੱਛਾ, ਹੁਣ ਪ੍ਰਾਈਵੇਟ ਇੰਸਟੀਟਿਊਸ਼ਨਸ ਨੂੰ ਜੇ ਅਸੀਂ ਇਹ ਇਲਜ਼ਾਮ ਲਗਾਈਏ ਕਿ ਤੁਸੀਂ ਫੀਸਾਂ ਜ਼ਿਆਦਾ ਲੈਂਦੇ ਹੋ, ਤਾਂ ਉਹ ਇਹ ਕਹਿੰਦੇ ਨੇ ਕਿ ਅਸੀਂ ਫਿਰ ਆਪਣੇ ਸਕੂਲ ਚਲਾਵਾਂਗੇ ਕਿਵੇਂ? ਉਹਨਾਂ ਦੀ ਵੀ ਗੱਲ ਜਾਇਜ਼ ਹੈ, ਕਿਉਂਕਿ ਅੱਜ ਦੀ ਜਿਹੜੀ ਮਾਰਕੀਟ ਇਕਨੋਮੀ, ਉਹਦੇ ਵਿੱਚ ਠੀਕ ਹੈ ਤੇ ਪ੍ਰੋਫਿਟ ਦਾ ਸੌਦਾ ਹੈ, ਜੇ ਮੈਨੂੰ ਪ੍ਰੋਫਿਟ ਹੋਏਗਾ ਮੈਂ ਚਲਾਉਂਗਾ, ਨਹੀਂ ਤਾਂ ਨਹੀਂ ਚਲਾਉਂਗਾ। ਬੱਚਾ ਫੀਸ ਦੇ ਸਕੇਗਾ, ਪੜ੍ਹ ਲੈ, ਨਹੀਂ ਤੇ ਬਾਹਰ ਚਲਾ ਜਾਏ। ਇਹ ਹੋਇਆ ਪਿੱਛੇ ਜਿਹੀ ਕੋਵਿਡ ਦੇ ਵਿੱਚ, ਜਦੋਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਉਹਨਾਂ ਦੀਆਂ ਇਨਕਮਸ ਜਿਹੜੀਆਂ ਨੇ ਹਾਫ ਹੋ ਗਈਆਂ, ਉਹਨਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ। ਤੇ ਸਰਕਾਰੀ ਸਕੂਲਾਂ ਦੇ ਜਿਹੜੇ ਬਿਊਰੋਕਰੈਟਸ ਨੇ, ਉਹਨਾਂ ਨੇ ਡਰਮ ਬੀਟ ਕਰਨੇ ਸ਼ੁਰੂ ਕਰ ਦਿੱਤੇ ਕਿ ਸਾਡੇ ਐਜੂਕੇਸ਼ਨ ਦਾ ਸਟੈਂਡਰਡ ਬਹੁਤ ਵਧੀਆ ਹੋ ਗਿਆ, ਦੇਖੋ ਹੁਣ ਪ੍ਰਾਈਵੇਟ ਚੋਂ ਵੀ ਬੱਚੇ ਆਉਣੇ ਸ਼ੁਰੂ ਹੋ ਗਏ। ਦਰਅਸਲ ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਸਨ ਕਿ ਲੋਕਾਂ ਨੂੰ ਦੇ ਰਹੇ ਸਨ, ਪਤਾ ਨਹੀਂ। ਲੇਕਿਨ ਹੁਣ ਦੀ ਰਿਪੋਰਟ ਇਹ ਹੈ ਕਿ ਜਿਵੇਂ ਜਿਵੇਂ ਹਾਲਾਤ ਨਾਰਮਲ ਹੋ ਗਏ ਨੇ, ਤੇ ਉਹ ਫਿਰ ਵਾਪਸ ਆਪਣੇ ਪ੍ਰਾਈਵੇਟ ਇੰਸਟੀਟਿਊਸ਼ਨਸ ਵਿੱਚ ਚਲੇ ਗਏ ਨੇ, ਤੇ ਇਹ ਉਹਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਹੈ ਕਿ ਇਹ ਕੀ ਕੀਤਾ ਜਾਏ। ਕੁਆਲਿਟੀ ਆਫ ਐਜੂਕੇਸ਼ਨ ਪ੍ਰਾਈਵੇਟ ਵਿੱਚ ਬਹੁਤ ਉਮਦਾ ਹੈਗੀ ਹੈ, ਇਹਦੇ ਬਾਰੇ ਕੋਈ ਨਿਸ਼ਚਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ। ਪੰਜਵਾਂ ਜਿਹੜਾ ਸੰਕਟ ਹੈ, ਉਹ ਇੱਕ ਯੂਨੈਸਕੋ ਸਪਾਂਸਰਡ ਇੱਕ ਸਟੱਡੀ ਹੋਈ ਸੀ, ਤੇ ਉਹਦੇ ਵਿੱਚ ਇੱਕ ਪ੍ਰੋਫੈਸਰ ਸਾਹਿਬ ਨੇ, ਉਹਨਾਂ ਨੇ ਇੱਕ ਆਰਟੀਕਲ ਲਿਖਿਆ, ਔਰ ਉਹ ਮੈਂ ਤੁਹਾਡੇ ਨਾਲ ਕੋਟ ਕਰਨਾ ਚਾਹੂੰਗਾ। ਉਹਨਾਂ ਨੇ ਇਹ ਕਿਹਾ ਕਿ ਸਾਡੀ ਜਿਹੜੀ ਪੂਰਾ ਮੌਜੂਦਾ ਸੰਕਟ ਹੈ, ਔਰ ਜਿਹੜਾ ਪੰਜਾਬ ਤੇ ਵੀ ਪੂਰਾ ਕਰਦਾ ਹੈ, ਇੱਕ ਇਹ ਕਿ ਅਸੀਂ ਐਕੈਡੈਮਿਕ ਓਬਸੈਸ਼ਨ ਦੇ ਵਿੱਚ ਫਸ ਗਏ। ਐਕੈਡੈਮਿਕ ਓਬਸੈਸ਼ਨ ਨੂੰ ਉਹ ਇਹ ਕਹਿੰਦੇ ਨੇ ਕਿ ਅਸੀਂ ਐਜੂਕੇਸ਼ਨ ਦੇ ਜਿਹੜੇ ਸਬਲਾਈਮ, ਜਿਹੜੇ ਉਚੇਰੇ, ਜਿਹੜੇ ਵਾਈਡਰ ਉਹਦੇ ਮਾਇਨੇ ਨੇ, ਉਹਨਾਂ ਨੂੰ ਅਸੀਂ ਭੁੱਲ ਗਏ ਹਾਂ, ਤੇ ਅਸੀਂ ਸਿਰਫ ਤੇ ਸਿਰਫ ਨੰਬਰ ਪ੍ਰਾਪਤੀ ਨੂੰ ਐਜੂਕੇਸ਼ਨ ਮੰਨ ਲਿਆ। ਹੁਣ ਸਾਡੇ 10ਵੀਂ ਦਾ ਰਿਜ਼ਲਟ ਨਿਕਲਿਆ ਕੱਲ, ਤੇ ਕੁਝ ਬੱਚੇ ਨੇ ਜਿਨ੍ਹਾਂ ਦੇ 100 ਵਿੱਚੋਂ 100 ਨੰਬਰ ਆਏ ਨੇ, 100%, ਤੇ ਉਹਨਾਂ ਨੂੰ ਵਧਾਈ ਦੇਣੀ ਬਣਦੀ ਹੈ। ਪਰ ਇਹ ਵੀ ਚਿੰਤਾ ਦਾ ਵਿਸ਼ਾ ਹੈ। ਸਰ 5 ਮਿੰਟ ਚ ਰੈਪ ਕਰ ਦਿਓ, ਲਾਸਟ 5 ਮਿੰਟ। ਜੀ ਬਿਲਕੁਲ ਮੈਂ ਕਰ ਰਿਹਾ ਜੀ। ਉਹਨਾਂ ਨੇ ਇਹ ਕਿਹਾ ਕਿ ਸਾਡਾ ਐਕੈਡੈਮਿਕ ਓਬਸੈਸ਼ਨ ਹੈ, ਕਿ ਅਸੀਂ ਬਿਲਕੁਲ ਸਾਰਾ ਕੁਝ ਭੁੱਲ ਗਏ ਹਾਂ, ਔਰ ਅਸੀਂ ਕੀ ਕਰਦੇ ਹਾਂ, ਪੜ੍ਹਾਉਂਦੇ ਹਾਂ, ਐਗਜ਼ਾਮ ਲੈਂਦੇ ਹਾਂ, ਰਿਜ਼ਲਟ ਦਿੰਦੇ ਹਾਂ, ਫਿਰ ਉਹਨੂੰ ਪ੍ਰੋਜੈਕਟ ਕਰਦੇ ਹਾਂ। ਅਸੀਂ ਟੈਸਟਿੰਗ ਦੇ ਵਿੱਚ ਪੈ ਗਏ ਹਾਂ, ਔਰ ਟੈਸਟਿੰਗ ਇੰਨੀ ਜ਼ਿਆਦਾ ਹੋ ਗਈ ਹੈ, ਹੁਣ ਕਈ ਆਪਣੀ ਕੁਆਲਿਟੀ ਦਾ ਜਿਹੜਾ ਇੰਡੀਕੇਟਰ ਹੈ, ਉਹਨੂੰ ਇਹ ਕਹਿੰਦੇ ਨੇ ਕਿ ਅਸੀਂ ਕੰਟੀਨਿਊਸ ਟੈਸਟਿੰਗ ਕਰਦੇ ਹਾਂ, ਬਾਰ-ਬਾਰ ਟੈਸਟਿੰਗ ਕਰਦੇ ਹਾਂ। ਤੇ ਉਹ ਪ੍ਰੋਫੈਸਰ ਸਾਹਿਬ ਇਹ ਕਹਿੰਦੇ ਨੇ ਕਿ ਜਿਹੜਾ ਟੈਸਟਿੰਗ ਹੈ, ਇਟ ਇਜ਼ ਐਨ ਅਸੌਲਟ ਔਨ ਇਕੁਇਟੀ ਐਂਡ ਮੀਨਿੰਗਫੁਲ ਲਰਨਿੰਗ। ਇਮਤਿਹਾਨ ਲਓ ਬੱਚਿਆਂ ਦੀ ਕਮੀਆਂ ਨੂੰ ਦੇਖਣ ਵਾਸਤੇ, ਲੇਕਿਨ ਉਹਦੀ ਮੀਨਿੰਗਫੁਲ ਲਰਨਿੰਗ ਨੂੰ ਖਤਮ ਨਾ ਕਰੋ। ਸੈਕੰਡ ਚੈਨਲ ਉਹਨਾਂ ਨੇ ਜਿਹੜਾ ਦੱਸਿਆ, ਉਹ ਮਸ਼ੀਨ ਲਰਨਿੰਗ, ਔਰ ਅਸੀਂ ਜਿਹੜੀ ਆਨਲਾਈਨ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ, ਤੇ ਆਨਲਾਈਨ ਐਜੂਕੇਸ਼ਨ ਦੇ ਬਾਰੇ
ਸਕੂਲ ਲੈਵਲ ਤੇ ਘੱਟੋ ਘੱਟ ਇਹ ਸਟੱਡੀਜ਼ ਨੇ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਦਿਸ ਇਜ਼ ਅ ਡਿਜ਼ਾਸਟਰ। ਤੁਸੀਂ ਪਹਿਲੀ ਜਮਾਤ ਦੇ ਨਰਸਰੀ ਕੇਜੀ ਪਹਿਲੀ ਦੂਜੀ ਤੀਜੀ ਜਮਾਤ ਦੇ ਬੱਚੇ ਨੂੰ ਆਨਲਾਈਨ ਦੇ ਨਾਲ ਪੜਾਓਗੇ, ਉਹ ਕੀ ਕਰੋਗੇ? ਉੱਥੇ ਉਹਦੀ ਇੱਕ ਸੋਸ਼ਲ ਐਸਪੈਕਟ ਵੀ ਲਰਨਿੰਗ ਦਾ ਹੁੰਦਾ, ਉਹ ਅਸੀਂ ਮਿਸ ਕਰ ਰਹੇ ਹਾਂ। ਦੂਸਰਾ ਔਸਟੈਰਿਟੀ, ਇਹਦੀ ਮੈਂ ਗੱਲ ਕਰ ਚੁੱਕਾ ਕਿ ਅਸੀਂ ਇਨਵੈਸਟ ਕਰਨਾ ਬੰਦ ਕਰ ਦਿੱਤਾ ਹੈ। ਦੋਸਤੋ, ਮੈਂ ਆਪਣੀ ਗੱਲ ਨੂੰ ਇੱਥੇ ਹੁਣ ਮੈਂ ਖਤਮ ਇਸ ਤਰ੍ਹਾਂ ਕਰਨਾ ਚਾਹੂੰਗਾ ਕਿ ਜਿਹੜਾ ਸਟੈਂਡਰਡਸ ਆਫ ਐਜੂਕੇਸ਼ਨ ਨੇ, ਪਹਿਲੀ ਤਾਂ ਗੱਲ ਇਹ ਹੈ ਕਿ ਸਟੇਟ ਉਹਨੂੰ ਨਰਚਰ ਕਰੇ ਆਪਣੇ ਸਿਸਟਮ ਨੂੰ। ਉਸ ਜਿਹਨੂੰ ਕਹਿੰਦੇ ਨੇ ਕੰਮ ਸਾਰਨਾ, ਬੁੱਤਾ ਸਾਰਨਾ, ਇਸ ਤਰ੍ਹਾਂ ਨਾ ਕਰੇ। ਉਹ ਇੱਕ ਸਾਡੇ ਪ੍ਰੋਫੈਸਰ ਨੇ ਇੱਥੇ ਆਪਣਾ ਪ੍ਰੋਫੈਸਰ ਅਨਿਲ ਸਤਗੋਪਾਲ, ਉਹ ਕਈ ਵਾਰ ਨਾ ਪੂਰੀ ਪਾਲਿਸੀ ਨੂੰ ਇਸ ਤਰ੍ਹਾਂ 3 ਸ਼ਬਦਾਂ ਵਿੱਚ ਐਕਸਪਲੇਨ ਕਰਦੇ ਨੇ ਕਿ ਇਹਨਾਂ ਦੇ ਇਹ ਪਕੜਿਆ ਹੋਇਆ ਹੈ ਕਿ ਪਹਿਲੇ ਇਹ ਕਹਿੰਦੇ ਨੇ ਕਿ ਬਰਬਾਦ ਕਰੋ, ਕਿ ਇੰਸਟੀਟਿਊਸ਼ਨਸ ਨੂੰ ਸਰਵਾਈਵ ਨਾ ਕਰਨ ਦਿਓ, ਉਹਨਾਂ ਨੂੰ ਸਟਾਫ ਕਰਨ ਦਿਓ, ਬਰਬਾਦ ਹੋ ਜਾਣਗੇ। ਜਦੋਂ ਬਰਬਾਦ ਹੋ ਜਾਣਗੇ ਫਿਰ ਬਦਨਾਮ ਕਰੋ ਵੀ ਇਹ ਕੁਝ ਨਹੀਂ ਕਰਦੇ, ਕੁਝ ਨਹੀਂ ਕਰਦੇ, ਕੁਝ ਨਹੀਂ ਕਰਦੇ। ਤੇ ਤੀਸਰਾ ਫਿਰ ਵੇਚ ਦਿਓ ਕਿ ਇਹ ਕਰਨੇ ਹੀ ਕੀ ਨੇ, ਇਹਨਾਂ ਨੂੰ ਛੱਡ ਹੀ ਦਿਓ, ਇਹਨਾਂ ਨੂੰ ਵੇਚ ਹੀ ਦਿਓ। ਤੇ ਅਸੀਂ ਇਹ ਜਿਹੜੀ ਲਾਈਨ ਆਫ ਥਿੰਕਿੰਗ ਹੈ, ਇਹ ਤੋਂ ਥੋੜਾ ਜਿਹਾ ਵਾਪਸ ਪਰਤੀਏ। ਹੁਣ ਮੈਨੂੰ ਇਹ ਲੱਗਦਾ ਹੈ ਕਿ ਦੁਨੀਆ ਭਰ ਵਿੱਚ ਇਹ ਸੋਚ ਚੱਲ ਰਹੀ ਹੈ ਕਿ ਜਿਹੜੀ ਨਿਓ ਲਿਬਰਲ ਇਕਨੋਮਿਕ ਪਾਲਿਸੀਜ਼ ਨੇ, ਇਹਨਾਂ ਨੇ ਇਨਇਕੁਐਲਿਟੀਜ਼ ਨੂੰ ਵਧਾਇਆ, ਇਕੁਇਟੀ ਨੂੰ ਖਤਮ ਕੀਤਾ, ਤੇ ਇਹ ਮੁੜ ਇਹਦੇ ਬਾਰੇ ਸੋਚਿਆ ਜਾਣਾ ਚਾਹੀਦਾ ਹੈ। ਸੋ ਇੱਕ ਤਾਂ ਇਹ ਹੋਏ। ਦੂਸਰਾ, ਜਿਹੜੇ ਟੀਚਰ ਐਜੂਕੇਸ਼ਨ ਪ੍ਰੋਗਰਾਮਸ ਨੇ ਉਹ, ਔਰ ਜਿਹੜੇ ਟੀਚਰਸ ਨੇ, ਉਹਨਾਂ ਦੀ ਜਿਹੜੀ ਥਿਓਰੈਟੀਕਲ ਪਾਵਰਟੀ ਆਫ ਅੰਡਰਸਟੈਂਡਿੰਗ ਹੈ, ਇਹਨੂੰ ਰਿਮੂਵ ਕੀਤਾ ਜਾਏ। ਉਹਨਾਂ ਦੇ ਚੈਲੰਜਸ ਜ਼ਰੂਰ ਵੱਧ ਜਾਣਗੇ, ਪਰ ਉਹ ਕਿਰਪਾ ਕਰਕੇ ਕਿਸੇ ਵੀ ਬੱਚੇ ਨੂੰ ਜਾਂ ਇੱਕ ਕਲਾਸ ਦੇ ਬੱਚਿਆਂ ਨੂੰ ਇਹ ਕਹਿ ਕੇ ਨਕਾਰ ਨਾ ਦੇਣ ਕਿ ਇਹ ਕੁਝ ਨਹੀਂ ਕਰ ਸਕਦੇ। ਸਾਰੇ ਬੱਚੇ ਕੁਝ ਨਾ ਕੁਝ ਤਾਂ ਜ਼ਰੂਰ ਕਰ ਹੀ ਸਕਦੇ ਹੁੰਦੇ ਨੇ। ਔਰ ਆਖਰੀ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਕੰਪੀਟੀਸ਼ਨ ਹੈ, ਜਿਹੜੀ ਵਨ ਅਪਮੈਨਸ਼ਿਪ ਹੈ, ਇਸ ਤੋਂ ਸਾਨੂੰ ਬਚਣ ਦੀ ਲੋੜ ਹੈ। ਇਹ ਜਿਹੜੀ ਰੈਂਕਿੰਗ ਹੈ, ਇਹ ਜਿਹੜਾ ਗ੍ਰੇਡਿੰਗ ਹੈ, ਤੂੰ ਪਹਿਲੇ ਨੰਬਰ ਤੇ, ਤੂੰ ਦੂਜੇ ਨੰਬਰ ਤੇ, ਤੂੰ ਤੀਜੇ ਨੰਬਰ ਤੇ, for God's sake we should ignore it, we should really abandon it। ਇਹਦੇ ਵਿੱਚ ਨਾ ਕੋਈ ਪਹਿਲਾ, ਦੂਜਾ, ਤੀਜਾ, ਚੌਥਾ ਨੰਬਰ ਨਹੀਂ ਹੁੰਦਾ। ਹਰ ਇੱਕ ਨੇ ਇੱਕ ਮਿਹਨਤ ਕਰਕੇ, ਇੱਕ ਕੋਆਪਰੇਟਿਵ ਇਸ਼ੂਜ਼ ਨੇ। ਐਜੂਕੇਸ਼ਨ ਕੋਆਪਰੇਸ਼ਨ ਸਿਖਾਉਂਦੀ ਹੈ, ਕੱਟ ਥਰੋਟ ਕੰਪੀਟੀਸ਼ਨ ਨਹੀਂ ਸਿਖਾਉਂਦੀ। ਹਾਲਾਂਕਿ ਮੈਨੂੰ ਇਹ ਪਤਾ ਹੈ ਕਿ ਮੇਰੀਆਂ ਗੱਲਾਂ ਜਿਹੜੀਆਂ ਟ੍ਰੈਡੀਸ਼ਨਲ ਇਸ ਲਈ ਜੋ ਥਿੰਕਿੰਗ ਚੱਲ ਰਹੀ ਹੈ, ਉਹਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ ਹੋਣਗੀਆਂ, ਪਰ ਮੈਨੂੰ ਇਸ ਗੱਲ ਦੇ ਵਿੱਚ ਕਹਿਣ ਵਿੱਚ ਰਤਾ ਵੀ ਕੋਈ ਗੁਰੇਜ਼ ਨਹੀਂ ਹੈ ਕਿ ਮੈਂ ਫਿਰ ਵੀ ਇਹ ਜਾਣਦਾ ਹੋਇਆ ਵੀ ਕਿ ਇਹ ਸ਼ਾਇਦ ਉਹਨਾਂ ਨੂੰ ਪਸੰਦ ਨਹੀਂ ਆਉਣਗੀਆਂ, ਪਰ ਫਿਰ ਵੀ ਸੱਚ ਇਹੋ ਹੀ ਹੈ। ਤੇ ਜਿੰਨੀ ਜਲਦੀ ਸਮਝ ਆਈਏ ਉਨੀ ਜਲਦੀ ਬੈਟਰ ਹੋਏਗਾ। ਤੁਸੀਂ ਮੈਨੂੰ ਮੌਕਾ ਦਿੱਤਾ, ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ ਪ੍ਰੋਫੈਸਰ ਕੁਲਦੀਪ ਪੁਰੀ ਸਾਹਿਬ, ਜੋ ਪ੍ਰੋਫੈਸਰ ਰਿਟਾਇਰਡ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਤੁਸੀਂ ਆਪਣੀ ਇਨਪੁਟ ਦਿੱਤੀ। ਜਦੋਂ ਕਿਸੇ ਨੇ ਆਪਣੀ ਰਾਏ ਐਜੂਕੇਸ਼ਨ ਬਾਰੇ ਕਿਸੇ ਬਾਰੇ ਵੀ ਦੇਣੀ ਹੋਵੇ, ਜਿਹੜੇ ਉਹਦੇ ਆਪਦੇ ਵਿਚਾਰ ਹੁੰਦੇ ਆ, ਉਹੀ ਸਭ ਤੋਂ ਵਧੀਆ ਹੁੰਦੇ ਹੈਗੇ ਆ। ਤੇ ਮੈਂ ਆਪ ਜੀ ਨੂੰ ਇੱਕ ਬੇਨਤੀ ਹੋਰ ਕਰਦਾ ਹੈਗਾ ਕਿ ਆਪ ਜੀ ਇਹ ਜੋ ਕੁਝ ਅੱਜ ਬੋਲਿਆ ਹੈਗਾ ਵਾ, ਇਹ ਸਾਰਾ ਹੀ ਕੁਝ ਤੁਸੀਂ ਜੇ ਸਾਨੂੰ ਲਿਖ ਕੇ ਵੀ ਭੇਜ ਦਿਓ, ਕੋਈ ਸਾਡਾ ਪਰਪਸ ਹੈਗਾ। ਬਹੁਤ ਸਾਰਾ ਹੁੰਦਾ ਵੀ ਐਜੂਕੇਸ਼ਨ ਸਿਸਟਮ 'ਚ ਨੁਕਸ ਤਾਂ ਆਪਾਂ ਦੱਸੀ ਜਾਂਦੇ ਜੀ, ਆਹ ਨੁਕਸ ਹੈਗੇ, ਆਹ ਨੁਕਸ ਹੈਗੇ ਆ, ਠੀਕ ਹੈ ਨਾ ਜੀ। ਤੇ ਉਹਦੇ ਨਾਲ ਨਾਲ ਤੁਸੀਂ ਨੁਕਸ ਵੀ ਦੱਸਣੇ ਜ਼ਰੂਰੀ ਆ, ਤੇ ਉਹਦੇ ਨਾਲ ਸੁਧਾਰ ਦੱਸਣੇ ਵੀ ਜ਼ਰੂਰੀ ਹੈਗੇ ਆ। ਤੇ ਅਸੀਂ ਇਹ ਸਾਰਾ ਕੁਝ